ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅਸਲੀ ਪੁੰਨਦਾਨ ਕੀ ਹੁੰਦਾ ਹੈ ਅਤੇ ਸਾਨੂੰ ਪੁੰਨਦਾਨ ਕਿਵੇਂ ਕਰਨਾ ਚਾਹੀਦਾ ਹੈ। ਇਸ ਸੰਬੰਧ ਵਿੱਚ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ। ਇੱਕ ਪਿੰਡ ਵਿੱਚ ਹਰੀ ਨਾਮ ਦਾ ਸ਼ਖਸ ਆਪਣੀ ਘਰਵਾਲੀ ਨਾਲ ਰਹਿੰਦਾ ਸੀ, ਜੋ ਕਿ ਇੱਕ ਲੱਕੜਹਾਰਾ ਸੀ ਤੇ ਲੱਕੜਾਂ ਕੱਟ ਕੇ ਉਸ ਦਾ ਗੁਜ਼ਾਰਾ ਚੱਲ ਰਿਹਾ ਸੀ। ਲੱਕੜਾਂ ਤੋਂ ਹੋਣ ਵਾਲੀ ਕੋਈ ਕਮਾਈ ਬਹੁਤੀ ਨਹੀਂ ਸੀ। ਭੋਜਨ ਅਤੇ ਕੱਪੜਿਆਂ ਦੀ ਹਮੇਸ਼ਾ ਹੀ ਕਮੀ ਰਹਿੰਦੀ ਸੀ। ਇੱਕ ਦਿਨ ਅੱਕ ਕੇ ਉਸ ਦੀ ਘਰਵਾਲੀ ਨੇ ਕਿਹਾ, ਤੁਸੀਂ ਭਾਵੇਂ ਕਿੰਨੇ ਵੀ ਦਿਨ ਮਿਹਨਤ ਕਰ ਲਵੋ, ਤੁਹਾਡੀ ਕਮਾਈ ਵਿੱਚ ਕੋਈ ਵਾਧਾ ਨਹੀਂ ਹੋਇਆ। ਤੁਸੀਂ ਇਸ ਲੱਕੜਾਂ ਦੇ ਕੰਮ ਨੂੰ ਛੱਡ ਕੇ ਸ਼ਹਿਰ ਜਾ ਕੇ ਕੋਈ ਹੋਰ ਕੰਮ ਕਰ ਲਵੋ। ਕਦੋਂ ਤੱਕ ਸਾਡਾ ਗੁਜ਼ਾਰਾ ਇਸ ਤਰ੍ਹਾਂ ਚੱਲਦਾ ਰਹੇਗਾ। ਹਰੀ ਨੇ ਅੱਗਿਓਂ ਜਵਾਬ ਦਿੱਤਾ ਕਿ ਮੈਂ ਹਰ ਵਾਰ ਤੇਰੀ ਇਹ ਗੱਲ ਚੁੱਪਚਾਪ ਸੁਣਦਾ ਹਾਂ। ਤੈਨੂੰ ਕਿੰਨੀ ਵਾਰ ਸਮਝਾਇਆ ਕਿ ਮੈਂ ਆਪਣਾ ਪਿੰਡ ਨਹੀਂ ਛੱਡ ਸਕਦਾ। ਸ਼ਹਿਰਾਂ ਵਿੱਚ ਪਿੰਡਾਂ ਵਾਲਾ ਨਜ਼ਾਰਾ ਨਹੀਂ ਹੈ। ਉਸ ਦੀ ਪਤਨੀ ਬੁੜਬੁੜਾਉਂਦੀ ਹੋਈ ਬੋਲੀ, ਤੁਸੀਂ ਕਿਹੜੇ ਪਾਪ ਕੀਤੇ ਹਨ ਜਿਸ ਨੇ ਤੁਹਾਨੂੰ ਇੱਥੇ ਬੰਨ੍ਹ ਕੇ ਰੱਖਿਆ ਹੋਇਆ ਹੈ ਤੇ ਨਾਲ ਮੈਨੂੰ ਵੀ। ਖਾਣਾ ਬਣ ਗਿਆ ਹੈ, ਖਾਓ ਤੇ ਕੰਮ ਤੇ ਜਾਓ। ਖਾਣਾ ਖਾ ਕੇ ਹਰੀ ਚਲਾ ਗਿਆ ਤੇ ਕੋਈ ਸੁੱਕਾ ਰੁੱਖ ਲੱਭਦਾ ਜੰਗਲ 'ਚ ਬਹੁਤ ਦੂਰ ਚਲਾ ਗਿਆ। ਆਖਰ ਉਸ ਦੀ ਭਾਲ ਖਤਮ ਹੋਈ। ਉਸ ਨੂੰ ਰੁੱਖ ਮਿਲ ਤਾਂ ਗਿਆ, ਪਰ ਉਹ ਬਹੁਤ ਛੋਟਾ ਸੀ। ਸੋਚਿਆ ਕਿ ਚਲੋ ਅੱਜ ਇਸ ਨਾਲ ਹੀ ਡੰਗ ਸਾਰ ਲੈਂਦਾ ਹਾਂ। ਉਸ ਰੁੱਖ ਨੂੰ ਵੱਢ ਕੇ ਲੱਕੜਾਂ ਦੀ ਪੰਡ ਸਿਰ ਤੇ ਰੱਖ ਕੇ ਵੇਚਣ ਲਈ ਚਲਾ ਜਾਂਦਾ ਹੈ। ਉਹ ਲੱਕੜਾਂ ਵੇਚਣ ਵਾਲੀ ਜਗ੍ਹਾ ਤੇ ਜਾਂਦਾ ਹੈ ਤਾਂ ਦੇਖਦਾ ਹੈ ਉੱਥੇ ਲੱਕੜਾਂ ਖਰੀਦਣ ਵਾਲਾ ਕੋਈ ਵੀ ਗਾਹਕ ਨਹੀਂ ਸੀ ਤੇ ਨਿਰਾਸ਼ ਹੋ ਕੇ ਆਪਣੇ ਘਰ ਵੱਲ ਜਾ ਹੀ ਰਿਹਾ ਹੁੰਦਾ ਹੈ ਕਿ ਅਚਾਨਕ ਉਸ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਇੱਕ ਮਿੰਟ ਗੱਲ ਸੁਣ ਲੱਕੜਾਂ ਵੇਚਣ ਵਾਲੇ ਭਾਈ, ਇਹ ਲੱਕੜ ਕਿੰਨੇ ਦੀ ਹੈ। ਲੱਕੜਹਾਰੇ ਨੇ ਕਿਹਾ ਕਿ ਤੁਹਾਨੂੰ ਸਾਰੀਆਂ ਲੱਕੜਾਂ ਚਾਹੀਦੀਆਂ ਹਨ ਜਾਂ ਅੱਧੀਆਂ। ਜੇ ਸਾਰੀਆਂ ਚਾਹੀਦੀਆਂ ਨੇ ਤੇ 10 ਰੁਪਏ ਵਿੱਚ ਦੇ ਦਿਆਂਗਾ। ਉਸ ਸ਼ਖਸ ਨੇ ਕਿਹਾ, ਚਾਹੀਦੀਆਂ ਤਾਂ ਮੈਨੂੰ ਸਾਰੀਆਂ ਨੇ, ਪਰ ਇਸ ਭਾਅ ਦੇ ਨਹੀਂ ਜੋ ਤੂੰ ਮੰਗਿਆ ਹੈ। ਮੈਂ ਤਾਂ ਤੈਨੂੰ 5 ਰੁਪਏ ਦੇ ਸਕਦਾ। ਹਰੀ ਨੇ ਦੁੱਖ ਭਰੇ ਲਹਿਜੇ ਨਾਲ ਕਿਹਾ ਕਿ ਮੈਂ ਇਸ ਕੀਮਤ 'ਤੇ ਤਾਂ ਇੰਨੀਆਂ ਲੱਕੜਾਂ ਨਹੀਂ ਵੇਚ ਸਕਦਾ, ਪਰ ਮੈਂ ਸਵੇਰ ਦਾ ਥੱਕ ਵੀ ਗਿਆ। ਚਲੋ ਮੈਂ ਤੁਹਾਨੂੰ ਇਹ ਲੱਕੜਾਂ ਦੇ ਹੀ ਦਿੰਦਾ। ਤੁਸੀਂ ਮੈਨੂੰ ਜਲਦੀ ਨਾਲ ਮੇਰੇ 5 ਰੁਪਏ ਦੇ ਦਿਓ। ਮੈਂ ਪਹਿਲਾਂ ਹੀ ਬਹੁਤ ਲੇਟ ਹੋ ਚੁੱਕਿਆ ਹਾਂ। ਮੈਂ ਸੂਰਜ ਢਲਣ ਤੋਂ ਪਹਿਲਾਂ ਘਰ ਵੀ ਜਾਣਾ ਹੈ ਤੇ ਖਾਣਾ ਵੀ ਖਾਣਾ ਹੈ, ਕਿਉਂਕਿ ਭੁੱਖ ਨਾਲ ਮੇਰਾ ਬੁਰਾ ਹਾਲ ਹੋਇਆ ਹੈ। ਉਸ ਸ਼ਖਸ ਨੇ 5 ਰੁਪਏ ਉਸ ਦੇ ਹੱਥ 'ਤੇ ਰੱਖ ਦਿੱਤੇ ਤੇ ਲੱਕੜਾਂ ਇੱਕ ਪਾਸੇ ਰੱਖਣ ਲਈ ਕਿਹਾ ਤੇ ਬੋਲਿਆ, ਤੂੰ ਕਿਹਾ ਮੈਨੂੰ ਭੁੱਖ ਲੱਗੀ ਹੈ, ਤੂੰ ਮੇਰੇ ਘਰ ਬੈਠ ਕੇ ਖਾਣਾ ਖਾਵੇਂਗਾ। ਖਾਣਾ ਤਿਆਰ ਹੈ, ਇਸ ਲਈ ਖਾ ਕੇ ਹੀ ਜਾਵੇਂ। ਹਰੀ ਨੇ ਕਿਹਾ, ਬੇਸ਼ੱਕ ਮੈਨੂੰ ਭੁੱਖ ਲੱਗੀ ਹੈ, ਪਰ ਜੇ ਮੈਂ ਖਾਵਾਂਗਾ ਤਾਂ ਤੁਹਾਡੇ ਲਈ ਖਾਣਾ ਨਹੀਂ ਬਚੇਗਾ। ਤੁਸੀਂ ਰਹਿਣ ਹੀ ਦਿਓ, ਮੈਂ ਘਰ ਜਾ ਕੇ ਖਾ ਲਵਾਂਗਾ। ਉਸ ਸ਼ਖਸ ਨੇ ਕਿਹਾ, ਤੂੰ ਚਿੰਤਾ ਨਾ ਕਰ, ਤੇਰੇ ਖਾਣ ਤੋਂ ਬਾਅਦ ਵੀ 10 ਜਾਣੇ ਖਾ ਲੈਣ, ਇੰਨਾ ਖਾਣਾ ਬਣਿਆ ਹੈ ਮੇਰੇ ਘਰ। ਅੱਗੇ ਤੋਂ ਜਦੋਂ ਵੀ ਤੈਨੂੰ ਭੁੱਖ ਲੱਗੇ ਤੂੰ ਇੱਥੇ ਆ ਜਾਈਂ। ਹਰੀ ਨੇ ਹੈਰਾਨ ਹੋ ਕੇ ਪੁੱਛਿਆ, ਸਭ ਨੂੰ ਇਸ ਤਰ੍ਹਾਂ ਖਾਣਾ ਖਵਾਉਂਦੇ ਹੋ। ਉਸ ਬੰਦੇ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਬੋਲਿਆ ਕਿ ਜਦੋਂ ਤੱਕ ਪ੍ਰਮਾਤਮਾ ਮੈਨੂੰ ਦੇ ਰਿਹਾ ਹੈ, ਮੈਂ ਲੋਕਾਂ ਦੀ ਸੇਵਾ ਇਸੇ ਤਰ੍ਹਾਂ ਕਰ ਰਿਹਾ ਹਾਂ, ਬਾਕੀ ਉਸ ਦੀ ਮਰਜ਼ੀ। ਉਸਨੇ ਉੱਪਰ ਵੱਲ ਹੱਥ ਕਰਦੇ ਹੋਏ ਕਿਹਾ। ਹਰੀ ਉੱਥੇ ਖਾਣਾ ਖਾਣ ਲਈ ਰਾਜੀ ਹੋ ਗਿਆ ਤੇ ਉਸਨੇ ਰੱਜ ਕੇ ਖਾਣਾ ਖਾਧਾ। ਖਾਣਾ ਖਾ ਕੇ ਉਹ ਸ਼ਖਸ ਕੋਲ ਗਿਆ ਤੇ ਕਿਹਾ, ਮਹਾਰਾਜ ਤੁਸੀਂ ਬਹੁਤ ਨੇਕ ਦਿਲ ਹੋ। ਮੈਂ ਵੀ ਤੁਹਾਡੇ ਇਸ ਨੇਕ ਕੰਮ ਵਿੱਚ ਤੁਹਾਡੀ ਸਹਾਇਤਾ ਕਰਨੀ ਚਾਹੁੰਦਾ ਹਾਂ। ਅੱਜ ਤੋਂ ਮੈਂ 10 ਰੁਪਏ ਵਾਲੀ ਕੀਮਤ ਦੀਆਂ ਲੱਕੜਾਂ ਤੁਹਾਨੂੰ 5 ਰੁਪਏ ਵਿੱਚ ਦੇ ਦਿਆ ਕਰਾਂਗਾ। ਇਹਨਾਂ ਕਹਿ ਕੇ ਉਸ ਸ਼ਖਸ ਕੋਲੋਂ ਆਗਿਆ ਲੈ ਕੇ ਉਹ ਆਪਣੇ ਘਰ ਚਲਾ ਗਿਆ। ਅੱਗੇ ਘਰ ਦੇ ਦਰਵਾਜ਼ੇ 'ਤੇ ਖੜੀ ਉਸ ਦੀ ਘਰਵਾਲੀ ਉਸ ਨੂੰ ਉਡੀਕ ਹੀ ਰਹੀ ਸੀ ਤੇ ਉਸ ਨੂੰ ਦੇਖਦੇ ਸਾਰ ਹੀ ਪੁੱਛਣ ਲੱਗੀ ਕਿ ਕੀ ਗੱਲ ਅੱਜ ਇੰਨੀ ਲੇਟ ਕਿਉਂ ਹੋ ਗਏ। ਕੀ ਕੋਈ ਵਧੀਆ ਸੌਦਾ ਹੱਥ ਲੱਗ ਗਿਆ ਸੀ। ਲਿਆਓ ਜਲਦੀ ਜਲਦੀ ਮੈਨੂੰ ਪੈਸੇ ਦਿਓ। ਪੈਸੇ ਉਸ ਨੂੰ ਫੜਾਉਂਦੇ ਹੋਏ ਹਰੀ ਬੋਲਿਆ, ਦੇਖੀ ਇਹ ਸੌਦਾ ਤਾਂ ਬਾਲਾ ਵਧੀਆ ਨਹੀਂ ਸੀ, 5 ਰੁਪਏ ਹੀ ਮਿਲੇ ਨੇ। ਉਹ ਬੋਲੀ, ਹੈ 5 ਰੁਪਏ, ਮੈਨੂੰ ਲੱਗਿਆ ਅੱਜ ਤੁਸੀਂ ਦੁੱਗਣਾ ਦਾ ਕਮਾ ਕੇ ਲਿਆਓਗੇ, ਪਰ ਤੁਸੀਂ ਤਾਂ ਮੈਨੂੰ ਉਸ ਤੋਂ ਵੀ ਅੱਧਾ ਹੀ ਦਿੱਤਾ ਹੈ। ਜੇਕਰ ਕੰਮ ਇੰਨਾ ਨਹੀਂ ਸੀ ਤਾਂ ਤੁਸੀਂ ਇੰਨੀ ਦੇਰ ਕਿੱਥੇ ਕਰ ਦਿੱਤੀ। ਫਿਰ ਹਰੀ ਨੇ ਸਾਰੀ ਗੱਲ ਉਸ ਨੂੰ ਦੱਸੀ ਕਿ ਕਿਸ ਤਰ੍ਹਾਂ ਕੋਈ ਗਾਹਕ ਨਹੀਂ ਸੀ ਮਿਲ ਰਿਹਾ ਤੇ ਫਿਰ ਉਸ ਸ਼ਖਸ ਦੇ ਘਰ ਗਿਆ ਤੇ ਦੱਸਿਆ ਕਿ ਉਹਨਾਂ ਦੇ ਘਰ ਜੋ ਵੀ ਜਾਂਦਾ ਹੈ
ਉਹ ਬੜੇ ਪਿਆਰ ਨਾਲ ਉਸ ਨੂੰ ਖਾਣਾ ਖਵਾਉਂਦੇ ਹਨ। ਸਾਨੂੰ ਵੀ ਐਸੇ ਲੋਕਾਂ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਉਸ ਦੀ ਪਤਨੀ ਨੇ ਹੈਰਾਨ ਹੋ ਕੇ ਪੁੱਛਿਆ, ਸੱਚੀ ਉਹ ਸਭ ਨੂੰ ਖਾਣਾ ਖਵਾਉਂਦਾ ਹੈ? ਫਿਰ ਤਾਂ ਉਹ ਬਹੁਤ ਪੈਸੇ ਵਾਲਾ ਹੋਵੇਗਾ। ਪਰ ਇੰਨੇ ਲੋਕਾਂ ਨੂੰ ਖਾਣਾ ਖਵਾਉਣ ਵਾਲੇ ਦੀ ਤੁਸੀਂ ਕਿਸ ਤਰ੍ਹਾਂ ਸਹਾਇਤਾ ਕਰ ਦਿੱਤੀ? ਹਰੀ ਨੇ ਜਵਾਬ ਦਿੱਤਾ, ਉਹ ਇੰਨੇ ਵੀ ਅਮੀਰ ਨਹੀਂ ਜਿੰਨਾ ਤੂੰ ਸੋਚ ਰਹੀ ਹੈ, ਬਸ ਉਹ ਦਾਨ ਦੀ ਭਾਵਨਾ ਰੱਖਦੇ ਨੇ। ਉਸ ਦੀ ਪਤਨੀ ਨੇ ਕਿਹਾ ਕਿ ਮੈਨੂੰ ਇਹ ਦੱਸੋ ਕਿ ਤੁਸੀਂ ਉਸ ਦੀ ਸਹਾਇਤਾ ਕਿਸ ਤਰ੍ਹਾਂ ਕਰ ਦਿੱਤੀ? ਵੈਸੇ ਵੀ ਸਾਡਾ ਆਪਣਾ ਗੁਜ਼ਾਰਾ ਮੁਸ਼ਕਿਲ ਨਾਲ ਚੱਲ ਰਿਹਾ ਹੈ। ਹਰੀ ਨੇ ਕਿਹਾ, ਕੋਈ ਗੱਲ ਨਹੀਂ, ਮੈਂ ਰੋਜ਼ ਲੱਕੜਾਂ ਦੀਆਂ 2 ਪੰਡਾਂ ਵੱਢਣ ਦੀ ਕੋਸ਼ਿਸ਼ ਕਰਾਂਗਾ ਤੇ ਇੱਕ ਉਸ ਸ਼ਖਸ ਨੂੰ ਦੇ ਦਿਆ ਕਰਾਂਗਾ ਤੇ ਦੂਜੀ ਕਿਤੇ ਹੋਰ ਵੇਚ ਦਿਆ ਕਰਾਂਗਾ। ਹਰੀ ਹਰ ਰੋਜ਼ ਲੱਕੜਾਂ ਕੱਟ ਕੇ ਉਸ ਸ਼ਖਸ ਨੂੰ ਦੇ ਆਉਂਦਾ ਤੇ 5 ਰੁਪਏ ਲੈ ਆਉਂਦਾ। ਇੱਕ ਦਿਨ ਹਰੀ ਨੇ ਲੱਕੜਾਂ ਕੱਟ ਕੇ ਉਸ ਸ਼ਖਸ ਨੂੰ ਆਵਾਜ਼ ਮਾਰੀ ਕਿ ਮਹਾਰਾਜ, ਆਪਣੀਆਂ ਲੱਕੜਾਂ ਲੈ ਲਵੋ ਤੇ ਮੈਨੂੰ 5 ਰੁਪਏ ਦੇ ਦਿਓ। ਉਸ ਸ਼ਖਸ ਨੇ ਕਿਹਾ, ਨਹੀਂ, ਅੱਜ ਤੂੰ ਲੱਕੜਾਂ ਰਹਿਣ ਦੇ, ਅੱਜ ਮੇਰੇ ਕੋਲ ਪੈਸੇ ਨਹੀਂ ਹਨ, ਤੂੰ ਇਹਨਾਂ ਨੂੰ ਕਿਤੇ ਹੋਰ ਵੇਚ ਦੇ। ਹਰੀ ਨੇ ਕਿਹਾ, ਇਹ ਲੱਕੜਾਂ ਤਾਂ ਮੈਂ ਤੁਹਾਡੇ ਲਈ ਹੀ ਲਿਆਇਆ ਹਾਂ, ਕੋਈ ਗੱਲ ਨਹੀਂ, ਤੁਸੀਂ ਲੱਕੜਾਂ ਲੈ ਲਵੋ ਤੇ ਪੈਸੇ ਕੱਲ੍ਹ ਦੇ ਦੇਣਾ। ਮੈਨੂੰ ਭੁੱਖ ਬਹੁਤ ਲੱਗੀ ਹੈ, ਤੁਸੀਂ ਮੈਨੂੰ ਖਾਣਾ ਖਵਾ ਦਿਓ। ਉਸ ਸ਼ਖਸ ਨੇ ਕਿਹਾ ਕਿ ਹੱਥ ਮੂੰਹ ਧੋ ਲਵੋ ਤੇ ਆ ਜਾਓ। ਜਦੋਂ ਉਹ ਸ਼ਖਸ ਅੰਦਰ ਜਾ ਕੇ ਆਪਣੀ ਪਤਨੀ ਨੂੰ ਗੱਲ ਦੱਸਦਾ ਹੈ ਤਾਂ ਉਸ ਦੀ ਪਤਨੀ ਨੇ ਕਿਹਾ, ਤੁਸੀਂ ਇੱਦਾਂ ਕਿਉਂ ਕਿਹਾ? ਸਾਡੇ ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਹੈ ਸਿਵਾਏ ਉਸ ਖਾਣੇ ਦੇ ਜੋ ਤੁਸੀਂ ਖਾਣ ਵਾਲੇ ਹੋ। ਮੈਂ ਹਰੀ ਦੇ ਖਾਣ ਵਾਸਤੇ ਕਿੱਥੋਂ ਲੈ ਕੇ ਆਵਾਂ? ਉਸ ਸ਼ਖਸ ਨੇ ਆਪਣੀ ਪਤਨੀ ਨੂੰ ਕਿਹਾ, ਐਸੀ ਵੀ ਕੀ ਗੱਲ ਹੋ ਗਈ, ਜੋ ਖਾਣਾ ਤੂੰ ਮੈਨੂੰ ਦੇਣ ਵਾਲੀ ਹੈ ਉਹ ਤੂੰ ਹਰੀ ਨੂੰ ਖਵਾ ਦੇ। ਉਸ ਦੀ ਪਤਨੀ ਨੇ ਗੁੱਸੇ ਵਿੱਚ ਆ ਕੇ ਕਿਹਾ, ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ਜਦਕਿ ਸਾਡੇ ਕੋਲ ਕਿਸੇ ਨੂੰ ਦੇਣ ਲਈ ਕੁਝ ਹੈ ਹੀ ਨਹੀਂ। ਹਰ ਰੋਜ਼ ਇੰਨਾ ਸਮਾਨ ਅਸੀਂ ਕਿੱਥੋਂ ਲੈ ਕੇ ਆਈਏ? ਉਸ ਸ਼ਖਸ ਨੇ ਕਿਹਾ, ਕੋਈ ਗੱਲ ਨਹੀਂ, ਪਰਮਾਤਮਾ ਆਪੇ ਕੋਈ ਹੀਲਾ ਕਰੇਗਾ, ਤੁਸੀਂ ਹਰੀ ਨੂੰ ਖਾਣਾ ਦੇ ਕੇ ਆਓ। ਉਹ ਸ਼ਖਸ ਇੱਕ ਐਸਾ ਇਨਸਾਨ ਸੀ ਜਿਸ ਨੇ ਦਰ 'ਤੇ ਆਏ ਕਿਸੇ ਵੀ ਇਨਸਾਨ ਨੂੰ ਕਦੀ ਖਾਲੀ ਨਹੀਂ ਸੀ ਮੋੜਿਆ। ਹਮੇਸ਼ਾ ਦੀ ਤਰ੍ਹਾਂ ਹਰੀ ਇੱਕ ਦਿਨ ਫੇਰ ਲੱਕੜਾਂ ਕੱਟਣ ਲਈ ਜੰਗਲ ਵਿੱਚ ਗਿਆ, ਪਰ ਉੱਥੇ ਕੋਈ ਵੀ ਸੁੱਕਾ ਰੁੱਖ ਨਹੀਂ ਸੀ, ਇਸ ਲਈ ਉਸ ਨੂੰ ਜੰਗਲ ਦੇ ਹੋਰ ਅੰਦਰ ਜਾਣਾ ਪੈਣਾ ਸੀ। ਉਹ ਪਹਿਲਾਂ ਕਦੇ ਵੀ ਜੰਗਲ ਦੇ ਜ਼ਿਆਦਾ ਅੰਦਰ ਨਹੀਂ ਸੀ ਗਿਆ ਕਿਉਂਕਿ ਅੱਗੇ ਜੰਗਲੀ ਜਾਨਵਰ ਹੋਣ ਦਾ ਵੀ ਖਤਰਾ ਸੀ, ਇਸ ਲਈ ਉਸ ਨੂੰ ਸਾਵਧਾਨ ਰਹਿਣ ਦੀ ਲੋੜ ਸੀ। ਇਹ ਸੋਚਦੇ ਸੋਚਦੇ ਉਹ ਜੰਗਲ ਵਿੱਚ ਬਹੁਤ ਅੱਗੇ ਚਲਾ ਗਿਆ ਤੇ ਉਸ ਦੀ ਨਜ਼ਰ ਇੱਕ ਸੁੱਕੇ ਰੁੱਖ 'ਤੇ ਪਈ ਜੋ ਕਿ ਬਹੁਤ ਵੱਡਾ ਸੀ। ਹਰੀ ਨੇ ਸੋਚਿਆ, ਇਸ ਦੀ ਇੱਕ ਟਹਿਣੀ ਹੀ ਬਹੁਤ ਹੈ, ਇਸ ਨਾਲ ਹੀ ਮੇਰੀਆਂ 3 ਪੰਡਾਂ ਬਣ ਜਾਣਗੀਆਂ। ਉਹ ਦਰੱਖਤ ਦੇ ਉੱਪਰ ਚੜ੍ਹ ਗਿਆ, ਤਿਆਰੀ ਨਾਲ ਟਹਿਣੀ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਟਹਿਣੀ ਟੁੱਟ ਕੇ ਰੁੱਖ ਦੀ ਜੜ੍ਹ ਕੋਲ ਡਿੱਗ ਪਈ ਤਾਂ ਅਚਾਨਕ ਇੱਕ ਆਵਾਜ਼ ਆਈ, ਮੇਰੀ ਤਪੱਸਿਆ ਕਿਸ ਨੇ ਬੰਦ ਕੀਤੀ ਹੈ? ਫਿਰ ਲੱਕੜਹਾਰੇ ਨੇ ਉੱਥੇ ਦੇਖ ਕੇ ਸਾਧੂ ਨੇ ਕਿਹਾ, ਮੈਨੂੰ ਲੱਗਦਾ ਉਹ ਤੂੰ ਹੀ ਸੀ, ਮੈਂ ਤੈਨੂੰ ਕੁੱਤਾ ਬਣਨ ਦਾ ਸ਼ਰਾਪ ਦਿੰਦਾ ਹਾਂ। ਹਰੀ ਨੇ ਕਿਹਾ ਕਿ ਮਹਾਰਾਜ, ਮੈਂ ਤਾਂ ਤੁਹਾਨੂੰ ਦੇਖਿਆ ਹੀ ਨਹੀਂ, ਮੈਂ ਤਾਂ ਹਰ ਰੋਜ਼ ਇੱਥੇ ਲੱਕੜਾਂ ਕੱਟਣ ਆਉਂਦਾ ਹਾਂ, ਮੈਂ ਇਹ ਜਾਣਬੁੱਝ ਕੇ ਨਹੀਂ ਕੀਤਾ, ਮੈਨੂੰ ਮਾਫ਼ ਕਰ ਦਿਓ ਤੇ ਮੇਰਾ ਸ਼ਰਾਪ ਵਾਪਸ ਲੈ ਲਵੋ। ਸਾਧੂ ਨੇ ਕਿਹਾ ਕਿ ਮੈਂ ਗੁੱਸੇ ਵਿੱਚ ਆ ਕੇ ਤੈਨੂੰ ਸ਼ਰਾਪ ਦੇ ਦਿੱਤਾ, ਹੁਣ ਮੈਂ ਚਾਹ ਕੇ ਵੀ ਇਸ ਸ਼ਰਾਪ ਨੂੰ ਵਾਪਸ ਨਹੀਂ ਲੈ ਸਕਦਾ, ਪਰ ਮੈਂ ਤੈਨੂੰ ਇਸ ਦਾ ਹੱਲ ਜ਼ਰੂਰ ਦੱਸ ਸਕਦਾ। ਤੂੰ ਇੱਥੋਂ ਜਾ ਤੇ ਜਾ ਕੇ 2 ਅਜਿਹੇ ਲੋਕਾਂ ਨੂੰ ਲੱਭ ਜੋ ਸਭ ਤੋਂ ਵਧੀਆ ਦਾਨ ਦਿੰਦੇ ਨੇ। ਉਹਨਾਂ ਦੇ ਖਾਣ ਤੋਂ ਬਾਅਦ ਜੇਕਰ ਕੋਈ ਵੀ ਦਾਣਾ ਬਚ ਜਾਂਦਾ ਹੈ ਤਾਂ ਉਸ ਨੂੰ ਖਾ ਕੇ ਤੈਨੂੰ ਉਸ ਸ਼ਰਾਪ ਤੋਂ ਮੁਕਤੀ ਮਿਲ ਸਕਦੀ ਹੈ। ਜੇਕਰ ਉਹ ਸ਼ਖਸ ਸੱਚਾ ਦਾਨੀ ਹੋਇਆ ਤਾਂ ਤੇਰਾ ਰੰਗ ਸਫੇਦ ਹੋ ਜਾਵੇਗਾ। ਹਰੀ ਨੇ ਚਿੰਤਾ ਭਰੀ ਆਵਾਜ਼ ਵਿੱਚ ਕਿਹਾ ਕਿ ਮੈਂ ਹਰ ਰੋਜ਼ ਥੋੜ੍ਹੇ ਬਹੁਤ ਪੈਸੇ ਕਮਾ ਕੇ ਆਪਣੀ ਪਤਨੀ ਨੂੰ ਦਿੰਦਾ ਹਾਂ, ਫਿਰ ਕਿਤੇ ਜਾ ਕੇ ਸਾਡੇ ਚੁੱਲ੍ਹੇ ਦੀ ਅੱਗ ਬਲਦੀ ਹੈ, ਪਰ ਹੁਣ ਮੈਂ ਕੁੱਤਾ ਬਣ ਗਿਆ ਤਾਂ ਮੇਰੀ ਘਰਵਾਲੀ ਦਾ ਕੀ ਹੋਵੇਗਾ? ਸਾਧੂ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਤੇਰੀ ਘਰਵਾਲੀ ਨੂੰ ਕੋਈ ਘਾਟ ਨਹੀਂ ਹੋਵੇਗੀ, ਪਰਮਾਤਮਾ ਖੁਦ ਇਸ ਦਾ ਹੱਲ ਕਰੇਗਾ, ਕਿਉਂਕਿ ਜਦੋਂ ਸ਼ਰਾਪ ਟੁੱਟੇਗਾ ਤਾਂ ਤੂੰ ਵੀ ਆਪਣੇ ਦੁੱਖਾਂ ਤੋਂ ਮੁਕਤ ਹੋ ਜਾਵੇਂਗਾ ਤੇ ਦੌਲਤਮੰਦ ਹੋ ਕੇ ਸੁਖੀ ਜ਼ਿੰਦਗੀ ਬਿਤਾਵੇਂਗਾ। ਹਰੀ ਉਸ ਸਾਧੂ ਤੋਂ ਆਗਿਆ ਲੈ ਕੇ ਪਹਿਲੇ ਦਾਨੀ ਦੀ ਭਾਲ ਵਿੱਚ ਤੁਰ ਪੈਂਦਾ ਹੈ। ਉਹ ਸੋਚ ਰਿਹਾ ਸੀ ਕਿ ਸਭ ਤੋਂ ਵਧੀਆ ਦਾਨ ਕਰਨ ਵਾਲਾ ਦਾਨੀ ਮੈਨੂੰ ਕਿੱਥੇ ਮਿਲੇਗਾ। ਫਿਰ ਅਚਾਨਕ ਉਸ ਨੂੰ ਉਸ ਸ਼ਖਸ ਦਾ ਖਿਆਲ ਆਇਆ ਜਿਸ ਨੂੰ ਉਹ ਹਰ ਰੋਜ਼ ਲੱਕੜਾਂ ਦੇ ਕੇ ਆਉਂਦਾ ਸੀ। ਬਿਨਾਂ ਦੇਰ ਕੀਤੇ ਉਸ ਦੇ ਘਰ ਵੱਲ ਤੁਰ ਪਿਆ।
ਉਹ ਸ਼ਖਸ ਅੱਜ ਵੀ ਕੁਝ ਲੋਕਾਂ ਨੂੰ ਖਾਣਾ ਖਵਾ ਰਿਹਾ ਸੀ। ਉਹ ਪਰਮਾਤਮਾ ਤੋਂ ਮੰਗ ਰਿਹਾ ਸੀ, ਮੈਨੂੰ ਇੰਨੀ ਸ਼ਕਤੀ ਦੇ ਕਿ ਮੈਂ ਘਰ ਆਏ ਹਰ ਮਨੁੱਖ ਨੂੰ ਖਾਣਾ ਖਵਾ ਸਕਾਂ। ਸਭ ਨੂੰ ਖਾਣਾ ਖਾਣ ਤੋਂ ਬਾਅਦ ਉਹ ਆਪ ਖਾਣਾ ਖਾਣ ਲੱਗਾ। ਪੁਰਾਣੇ ਸਮੇਂ ਵਿੱਚ ਲੋਕ ਪੱਤਿਆਂ ਉੱਪਰ ਖਾਣਾ ਖਾਇਆ ਕਰਦੇ ਸਨ। ਜਿਵੇਂ ਹੀ ਉਸ ਸ਼ਖਸ ਨੇ ਖਾਣਾ ਖਾਧਾ ਤਾਂ ਉਸ ਦੀ ਪਤਨੀ ਨੇ ਉਸ ਪੱਤੇ ਨੂੰ ਬਾਹਰ ਸੁੱਟ ਦਿੱਤਾ। ਹਰੀ, ਜੋ ਕਿ ਹੁਣ ਕੁੱਤਾ ਬਣ ਚੁੱਕਾ ਸੀ, ਉਸਨੇ ਉਸ ਸ਼ਖਸ ਦੇ ਬਚੇ ਖਾਣੇ ਵਿੱਚੋਂ ਚੌਲਾਂ ਦੇ ਬਚੇ ਹੋਏ ਜੂਠੇ ਦਾਣੇ ਖਾ ਲਏ। ਖਾਣਾ ਖਾਂਦਿਆਂ ਸਾਰ ਹੀ ਉਸ ਦਾ ਅੱਧਾ ਸਰੀਰ ਸਫੇਦ ਹੋ ਗਿਆ। ਇਹ ਸਭ ਦੇਖ ਕੇ ਉਹ ਬੜਾ ਖੁਸ਼ ਹੋਇਆ ਕਿ ਉਹ ਸ਼ਖਸ ਵਾਕਿਆ ਹੀ ਇੱਕ ਸੱਚਾ ਦਾਨੀ ਸੀ। ਪਰ ਉਸਨੇ ਹੁਣ ਕਿਸੇ ਦੂਸਰੇ ਸ਼ਖਸ ਨੂੰ ਵੀ ਲੱਭਣਾ ਸੀ ਜਿਸ ਨਾਲ ਉਹ ਪੂਰੀ ਤਰ੍ਹਾਂ ਸ਼ਰਾਪ ਮੁਕਤ ਹੋ ਜਾਵੇ। ਉਸਨੂੰ ਸਾਧੂ ਦੀ ਉਹ ਗੱਲ ਵੀ ਯਾਦ ਆ ਰਹੀ ਸੀ ਕਿ ਜੇਕਰ ਉਹ ਸ਼ਰਾਪ ਮੁਕਤ ਹੋ ਗਿਆ ਤਾਂ ਉਹ ਆਪਣੇ ਦੁੱਖਾਂ ਤੋਂ ਵੀ ਮੁਕਤੀ ਪਾ ਲਏਗਾ। ਲੱਕੜਾਂ ਕੱਟ ਕੇ ਤਾਂ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਹੋ ਸਕਦਾ, ਸਗੋਂ ਇਹ ਤਾਂ ਮੇਰੇ ਨਾਲ ਬਹੁਤ ਚੰਗਾ ਹੋਇਆ। ਉਹ ਮਨ ਹੀ ਮਨ ਉਸ ਸਾਧੂ ਦਾ ਸ਼ੁਕਰਾਨਾ ਕਰ ਰਿਹਾ ਸੀ। ਫਿਰ ਉਹ ਦੂਸਰੇ ਦਾਨੀ ਸ਼ਖਸ ਦੀ ਭਾਲ ਲਈ ਤੁਰ ਪਿਆ। ਇੱਕ ਦਿਨ ਇੱਕ ਸ਼ਖਸ ਹਲ ਵਾਹੁੰਦੇ ਹੋਏ ਹਰੀ ਨੂੰ ਵਿਖਾਈ ਦਿੰਦਾ ਹੈ। ਉਹ ਕਿਸੇ ਦਾ ਗਾਂ ਦਾਨ ਕਰਨ ਲਈ ਧੰਨਵਾਦ ਕਰ ਰਿਹਾ ਸੀ। ਇਹ ਸੁਣ ਕੇ ਹਰੀ ਉਹਨਾਂ ਕੋਲ ਚਲ ਜਾਂਦਾ ਹੈ। ਉਹ ਸ਼ਖਸ ਗਾਂ ਲੈ ਕੇ ਉੱਥੋਂ ਜਾਂਦਾ ਹੋਇਆ ਗਾਂ ਦਾਨ ਕਰਨ ਵਾਲੇ ਸ਼ਖਸ ਦੇ ਗੁਣ ਗਾ ਰਿਹਾ ਸੀ। ਹਰੀ ਨੇ ਸੋਚਿਆ ਕਿ ਲੱਗਦਾ ਮੈਨੂੰ ਇਸ ਸ਼ਰਾਪ ਤੋਂ ਮੁਕਤੀ ਮਿਲ ਜਾਏਗੀ। ਲੱਗਦਾ ਹੈ ਇਹ ਸ਼ਖਸ ਵੀ ਉਸ ਸ਼ਖਸ ਵਰਗਾ ਵੱਡਾ ਦਾਨੀ ਹੀ ਹੈ ਤੇ ਉਹ ਉਸ ਸ਼ਖਸ ਦੇ ਖਾਣਾ ਖਾਣ ਦੀ ਉਡੀਕ ਕਰਨ ਲੱਗ ਜਾਂਦਾ ਹੈ। ਕੁਝ ਦੇਰ ਬਾਅਦ ਉਸਨੇ ਖਾਣਾ ਖਾਧਾ ਤੇ ਪੱਤੇ ਨੂੰ ਬਾਹਰ ਸੁੱਟ ਦਿੱਤਾ। ਹਰੀ ਭੱਜ ਕੇ ਉੱਥੇ ਗਿਆ ਤੇ ਬਚਿਆ ਹੋਇਆ ਖਾਣਾ ਖਾ ਲਿਆ, ਪਰ ਉਸਦੇ ਰੰਗ ਨੂੰ ਕੋਈ ਫਰਕ ਨਾ ਪਿਆ। ਇਹ ਦੇਖ ਕੇ ਉਹ ਫਿਕਰ ਵਿੱਚ ਪੈ ਗਿਆ ਕਿ ਇਹ ਸ਼ਖਸ ਤਾਂ ਕਿੰਨਾ ਵੱਡਾ ਦਾਨੀ ਹੈ, ਫਿਰ ਵੀ ਰੰਗ ਕਿਉਂ ਨਹੀਂ ਬਦਲਿਆ। ਜਦੋਂ ਉਹ ਰਸਤੇ ਵਿੱਚ ਜਾ ਰਿਹਾ ਸੀ ਤਾਂ ਉਹ ਪਹਿਲਾ ਸ਼ਖਸ ਜਿਸ ਦਾ ਜੂਠਾ ਖਾ ਕੇ ਉਸਦਾ ਅੱਧਾ ਰੰਗ ਸਫੇਦ ਹੋ ਗਿਆ ਸੀ, ਉਹ ਕਿਸੇ ਨੂੰ ਕਹਿ ਰਿਹਾ ਸੀ ਕਿ ਅੱਜ ਫਿਰ ਗਾਵਾਂ ਦਾਨ ਕਰਨ ਵਾਲੇ ਮਨੁੱਖ ਨੇ ਕਿਸੇ ਨੂੰ ਗਾਂ ਦਾਨ ਕੀਤੀ ਹੈ। ਉਹ ਉੱਪਰੋਂ ਕਿੰਨਾ ਵੀ ਦਾਨੀ ਦਿਖਦਾ ਹੋਵੇ, ਉਹ ਪਿੰਡ ਦੇ ਲੋਕਾਂ ਨੂੰ ਕਦੇ ਦਾਨ ਨਹੀਂ ਦਿੰਦਾ, ਹਮੇਸ਼ਾ ਬਾਹਰ ਦੇ ਲੋਕਾਂ ਨੂੰ ਹੀ ਦਾਨ ਦਿੰਦਾ ਹੈ। ਅਗਲਾ ਸ਼ਖਸ ਬੋਲਿਆ, ਪੰਡਿਤ ਦੀ ਅਸਲੀਅਤ ਤੁਹਾਨੂੰ ਹੋਰ ਵੀ ਹੈਰਾਨ ਕਰ ਦੇਵੇਗੀ ਕਿ ਉਸ ਦੀਆਂ ਗਾਵਾਂ 2 ਮਹੀਨੇ ਤੋਂ ਵੱਧ ਦੁੱਧ ਨਹੀਂ ਦਿੰਦੀਆਂ। ਉਸਨੂੰ ਇਹ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ। ਜਦੋਂ ਉਹ ਗਾਵਾਂ ਉਸਦੇ ਕੰਮ ਦੀਆਂ ਨਹੀਂ ਰਹਿੰਦੀਆਂ ਤਾਂ ਉਹ ਉਹਨਾਂ ਗਾਵਾਂ ਨੂੰ ਦਾਨ ਕਰ ਦਿੰਦਾ ਹੈ। ਪਹਿਲੇ ਸ਼ਖਸ ਨੇ ਕਿਹਾ ਕਿ ਸਾਡੇ ਰਾਜੇ ਵਰਗਾ ਵੀ ਕੋਈ ਦਾਨੀ ਨਹੀਂ ਹੋ ਸਕਦਾ। ਉਹ ਇੱਕ ਮਹਾਨ ਦਾਨੀ ਹੈ। ਉਹ ਸਭ ਨੂੰ ਕੱਪੜੇ ਅਤੇ ਖਾਣਾ ਦਾਨ ਕਰਦੇ ਹਨ। ਉਹ ਖੁਦ ਵੀ ਸਭ ਨਾਲ ਬੈਠ ਕੇ ਉਹੀ ਖਾਣਾ ਖਾਂਦੇ ਹਨ ਜੋ ਸਾਰੇ ਖਾਂਦੇ ਹਨ। ਇਹ ਗੱਲ ਸੁਣ ਕੇ ਹਰੀ ਬਹੁਤ ਖੁਸ਼ ਹੋਇਆ ਕਿ ਚਲੋ ਹੁਣ ਤਾਂ ਸ਼ਰਾਪ ਤੋਂ ਮੁਕਤੀ ਮਿਲ ਹੀ ਜਾਏਗੀ। ਉਹ ਰਾਜੇ ਦੇ ਕੋਲ ਪਹੁੰਚ ਗਿਆ ਤੇ ਰਾਜੇ ਦੇ ਖਾਣਾ ਖਾਣ ਦੀ ਉਡੀਕ ਕਰਨ ਲੱਗਾ। ਰਾਜੇ ਦੇ ਖਾਣਾ ਖਾਣ ਤੋਂ ਬਾਅਦ ਸੈਨਿਕਾਂ ਨੇ ਉਸ ਪੱਤੇ ਨੂੰ ਬਾਹਰ ਸੁੱਟ ਦਿੱਤਾ। ਹਰੀ ਵੀ ਮੌਕਾ ਮਿਲਦੇ ਹੀ ਉਸ ਪੱਤੇ ਵਿੱਚੋਂ ਰਾਜੇ ਦਾ ਜੂਠਾ ਖਾਣਾ ਖਾਣ ਲੱਗ ਪਿਆ, ਪਰ ਉਹ ਫਿਰ ਵੀ ਸਫੇਦ ਨਾ ਹੋਇਆ। ਉਹ ਬਹੁਤ ਦੁਖੀ ਹੋਇਆ ਕਿ ਇਹ ਕੀ, ਇੰਨੇ ਵੱਡੇ ਦਾਨੀ ਦਾ ਜੂਠਾ ਖਾ ਕੇ ਵੀ ਮੈਂ ਠੀਕ ਨਹੀਂ ਹੋਇਆ, ਜ਼ਰੂਰ ਕੋਈ ਗੜਬੜ ਹੈ। ਫਿਰ ਉਹ ਸਾਧੂ ਕੋਲ ਵਾਪਸ ਚਲਾ ਗਿਆ। ਸਾਧੂ ਹਰੀ ਨੂੰ ਕਹਿੰਦਾ ਕਿ ਤੈਨੂੰ ਦੇਖ ਕੇ ਲੱਗ ਰਿਹਾ ਹੈ ਕਿ ਤੈਨੂੰ ਹਜੇ ਤੱਕ ਇੱਕ ਦਾਨੀ ਹੀ ਮਿਲਿਆ ਹੈ। ਸ਼ਰਾਪ ਮਿਲੇ ਹੋਏ ਬਹੁਤ ਦਿਨ ਹੋ ਗਏ ਕਿ ਤੈਨੂੰ ਦੂਸਰਾ ਦਾਨੀ ਨਹੀਂ ਮਿਲਿਆ। ਹਰੀ ਨੇ ਸਾਰੀ ਗੱਲ ਸਾਧੂ ਨੂੰ ਦੱਸੀ ਤਾਂ ਸਾਧੂ ਨੇ ਸੁਣ ਕੇ ਕਿਹਾ ਕਿ ਜਿਹੜਾ ਦੂਸਰਾ ਦਾਨੀ ਜੋ ਦਾਨ ਕਰ ਰਿਹਾ ਹੈ ਉਸ ਨੂੰ ਦਾਨ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਉਹ ਅਜਿਹੀਆਂ ਚੀਜ਼ਾਂ ਦਾਨ ਕਰ ਰਿਹਾ ਹੈ ਜਿਨ੍ਹਾਂ ਦੀ ਜ਼ਰੂਰਤ ਹੀ ਨਹੀਂ, ਅਤੇ ਜੋ ਰਾਜਾ ਦਾਨ ਕਰ ਰਿਹਾ ਹੈ ਉਸ ਨੂੰ ਵੀ ਦਾਨ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਦਾਨ ਆਪਣੀ ਕਮਾਈ ਨਾਲ ਨਹੀਂ ਕਰ ਰਿਹਾ। ਉਹ ਤਾਂ ਲੋਕਾਂ ਦੇ ਟੈਕਸ ਵਸੂਲ ਕੇ ਉਹਨਾਂ ਨੂੰ ਖਵਾ ਰਿਹਾ ਹੈ। ਇਸ ਲਈ ਉਸ ਦਾ ਖਾਣਾ ਤੈਨੂੰ ਸ਼ਰਾਪ ਮੁਕਤ ਨਹੀਂ ਕਰ ਸਕਦਾ। ਸਭ ਤੋਂ ਵੱਡਾ ਦਾਨ ਤਾਂ ਉਸ ਬ੍ਰਾਹਮਣ ਦਾ ਸੀ ਜੋ ਆਪਣੀ ਨੇਕ ਕਮਾਈ ਚੋਂ ਕਰ ਰਿਹਾ ਹੈ। ਤੂੰ ਜਾ ਅਤੇ ਹੋਰ ਭਾਲ ਕਰ। ਹਰੀ ਉਦਾਸ ਮਨ ਨਾਲ ਉੱਥੋਂ ਚਲਾ ਗਿਆ ਤੇ ਤੁਰਦੇ ਤੁਰਦੇ ਕਾਫੀ ਦੂਰ ਚਲਾ ਗਿਆ। ਇੰਨਾ ਚੱਲਣ ਕਰਕੇ ਉਸਨੂੰ ਬਹੁਤ ਭੁੱਖ ਲੱਗ ਗਈ ਤੇ ਉਹ ਖਾਣੇ ਦੀ ਭਾਲ ਵਿੱਚ ਤੁਰ ਪਿਆ। ਉੱਥੇ ਉਸਨੂੰ ਇੱਕ ਬਜ਼ੁਰਗ ਘੜੇ ਵਿੱਚ ਪਾਣੀ ਲਿਜਾਂਦਾ ਹੋਇਆ ਦਿਖਿਆ। ਉਹ ਸ਼ਖਸ ਦੂਰੋਂ ਤਲਾਬ ਵਿੱਚੋਂ ਪਾਣੀ ਭਰ ਕੇ ਲਿਆਉਂਦਾ ਤੇ ਰਸਤੇ ਵਿੱਚ ਇੱਕ ਰੁੱਖ ਥੱਲੇ ਰੱਖ ਦਿੰਦਾ ਸੀ। ਜੋ ਵੀ ਰਾਹੀ ਧੁੱਪ ਵਿੱਚ ਚੱਲ ਕੇ ਆਉਂਦਾ ਉਹ ਘੜੇ ਵਿੱਚੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਲੈਂਦਾ। ਹਰੀ ਨੇ ਸੋਚਿਆ, ਇਹ ਸ਼ਖਸ ਇੰਨਾ ਬਿਰਧ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਸੇਵਾ ਕਰ ਰਿਹਾ ਹੈ। ਘੜਾ ਰੁੱਖ ਥੱਲੇ ਰੱਖ ਕੇ
ਉਹ ਸ਼ਖਸ ਆਪਣੀ ਪੋਟਲੀ ਵਿੱਚੋਂ ਖਾਣਾ ਕੱਢ ਕੇ ਖਾਣ ਲੱਗਾ। ਉਸ ਦੇ ਹੱਥ ਵਿੱਚ ਖਾਣਾ ਦੇਖ ਕੇ ਉਹ ਭੁੱਖਾ ਹਰੀ ਉਸ ਬਜ਼ੁਰਗ ਕੋਲ ਚਲਾ ਗਿਆ। ਬਜ਼ੁਰਗ ਉਸ ਵਿੱਚੋਂ ਕੁਝ ਖਾਣਾ ਖਾ ਕੇ ਉਸ ਦੇ ਅੱਗੇ ਰੱਖ ਦਿੰਦਾ ਹੈ। ਹਰੀ ਖਾਣਾ ਖਾਂਦਿਆਂ ਹੀ ਸ਼ਰਾਬ ਮੁਕਤ ਹੋ ਕੇ ਇੱਕ ਇਨਸਾਨ ਬਣ ਜਾਂਦਾ ਹੈ। ਉਸਨੇ ਉਸ ਬੁੱਢੇ ਆਦਮੀ ਦਾ ਧੰਨਵਾਦ ਕੀਤਾ ਤੇ ਉੱਥੋਂ ਚਲਾ ਗਿਆ। ਇਸੇ ਤਰ੍ਹਾਂ ਉਹ ਚੱਲਦੇ ਚੱਲਦੇ ਆਪਣੇ ਘਰ ਚਲਾ ਗਿਆ ਤੇ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਜੀਣ ਲੱਗਾ। ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਦਾਨ ਕਦੇ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਗੋਂ ਦਾਨ ਕਰਨ ਦੀ ਭਾਵਨਾ ਵੱਡੀ ਹੁੰਦੀ ਹੈ। ਸਭ ਤੋਂ ਵੱਡਾ ਦਾਨ ਖੁਦ ਦੀ ਬਜਾਏ ਦੂਸਰਿਆਂ ਦੀ ਸਹਾਇਤਾ ਕਰਨਾ ਹੁੰਦਾ ਹੈ। ਸਾਨੂੰ ਪੁੰਨਦਾਨ ਜ਼ਰੂਰ ਕਰਨਾ ਚਾਹੀਦਾ ਹੈ, ਭਾਵੇਂ ਥੋੜ੍ਹੇ ਤੋਂ ਥੋੜ੍ਹਾ ਹੀ ਕਿਉਂ ਨਾ ਹੋਵੇ। ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਸਿੱਖਿਆਵਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।